ਅਗਰ ਉਹ ਡਕੈਤ ਹੁੰਦਾ ਤੇ ਉਹਨੇ ਮੈਡੀਕਲ ਕਰਾਉਣ ਵਾਸਤੇ ਹਸਪਤਾਲ ਨਹੀਂ ਸੀ ਜਾਣਾ, ਕਿ ਜਿਹੜਾ ਸਿਰਫ ਔਰ ਗਰੀਬ ਦੇ ਨੂੰ ਹੀ ਲੁੱਟਿਆ ਜਾ ਰਿਹਾ, ਔਰ ਗਰੀਬ ਦੇ ਨਾਲ ਹੀ ਸਮਝ ਲਓ ਕਿ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਤਰੀਕੇ ਨਾਲ। ਔਰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਉਹ ਗਰੀਬ ਦਾ ਸਾਥ ਘੱਟ ਦਿੰਦੇ ਨੇ, ਆਪਣੇ ਮਫਾਦਾਤ ਦੀ ਜੰਗ ਜ਼ਿਆਦਾ ਲੜਦੇ ਨੇ। ਉਹਦੇ ਨਾਲ ਲੋਕੀ ਕਿੱਡੀ ਜ਼ਿਆਦਤੀ ਕਰ ਜਾਂਦੇ ਨੇ ਕਿ 70-80 ਹਜ਼ਾਰ ਰੁਪਇਆ ਜ਼ਮਾਨਤ ਦੀ ਸ਼ਕਲ ਵਿੱਚ ਲੈ ਕੇ ਬੰਦੇ ਲੋਕੀ। ਤੇ ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਅੱਗੇ ਦੁਆ ਹੈ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤ ਭੈਣ ਭਾਈ ਤੇ ਬਜ਼ੁਰਗ, ਅੱਲਾਹ ਤਾਲਾ ਇਹਨਾਂ ਸਭ ਨੂੰ ਸਿਹਤ ਅਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇ। ਆਮੀਨ ਸੁਮਾ ਆਮੀਨ। ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈ ਕੁਛ ਤਜਜ਼ੀਆ ਕਰਨਾ ਚਾਹ ਰਹੇ ਹਾਂ ਇਸ ਮੁਆਸ਼ਰੇ ਦੇ ਵਿੱਚ ਜਿਹੜੀਆਂ ਕੋਈ ਨਾ ਇਨਸਾਫੀਆਂ ਜਾਂ ਲੋਕਾਂ ਦੇ ਨਾਲ ਪੰਜਾਬੀ 'ਚ ਕਹਿੰਦੇ ਨੇ ਜਿਵੇਂ ਧਰਾਓ ਕੀਤਾ ਜਾਂਦਾ ਹੈ, ਉਹ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਕੁਛ ਅਣਸੁਣੀਆਂ ਕੁਛ ਸੁਣੀਆਂ ਗੱਲਾਂ ਔਰ ਕੁਛ ਆਪ ਬੀਤੀਆਂ ਲੋਕਾਂ ਦੇ ਨਾਲ ਗੱਲਾਂ ਜਿਹੜੀਆਂ ਇੱਕ ਦੋ ਦਿਨਾਂ ਦੇ ਵਿੱਚ ਕੁਛ ਜਗ੍ਹਾ 'ਤੇ ਬੈਠਣ ਦੇ ਨਾਲ ਸਮਝ ਆਈਆਂ ਨੇ, ਮਾਲੂਮਾਤ ਵਿੱਚ ਇਜ਼ਾਫਾ ਹੋਇਆ, ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੇ ਦੋਸਤੋ ਅੱਜ ਇਤਵਾਰ ਦਾ ਦਿਨ ਹੈ। ਕੱਲ੍ਹ ਦੀ ਵੀਡੀਓ ਅਸੀਂ ਨਹੀਂ ਬਣਾ ਸਕੇ ਕਿਸੇ ਸਮਝ ਲਓ ਕਿ ਮਸਰੂਫੀਅਤ ਦੀ ਵਜ੍ਹਾ ਤੋਂ, ਤੇ ਅੱਜ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਦੋਸਤੋ ਚੱਲਦੇ ਹਾਂ ਅੱਜ ਦੀ ਵੀਡੀਓ ਦੀ ਤਰਫ ਔਰ ਤਜਜ਼ੀਆ ਕਰਨੇ ਆ ਔਰ ਜਿਹੜੀਆਂ ਇਸ ਮੁਆਸ਼ਰੇ ਦੇ ਵਿੱਚ ਨਾ ਇਨਸਾਫੀਆਂ ਜਾਂ ਇਸ ਮੁਆਸ਼ਰੇ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਜਿਸ ਤਰ੍ਹਾਂ ਦਾ ਵਰਤਾਓ ਕਰ ਰਹੇ ਹਾਂ, ਉਹ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਅੱਜ। ਔਰ ਕਮੈਂਟ ਵਿੱਚ ਦੱਸਿਆ ਜੇ ਕਿ ਵਾਕਈ ਇਸ ਤਰ੍ਹਾਂ ਹੀ ਵਰਤਾਓ ਹੋ ਰਿਹਾ ਜਾਂ ਕੁਛ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਉਹ ਐਵੇਂ ਹੀ ਕਰ ਦਿੱਤੀਆਂ ਨੇ। ਦੋਸਤੋ ਕੱਲ੍ਹ ਮੈਂ ਇੱਕ ਬਜ਼ੁਰਗਾਂ ਕੋਲ ਬੈਠਿਆ ਹੋਇਆ ਸਾਂ, ਮਾੜੇ ਨੇ ਗਰੀਬ ਨੇ, ਉਹਨਾਂ ਦੇ ਨਾਲ ਕੁਛ ਪਿਛਾਂ ਜਿਹਾ ਇੰਸੀਡੈਂਟ ਹੋਇਆ, ਕੋਈ ਮਾਮਲਾ ਖਰਾਬ ਹੋਏ ਉਹਨਾਂ ਦੇ ਪੋਤੇ ਨਾਲ, ਤੇ ਉਹਨੂੰ ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ। ਔਰ ਉਹਨਾਂ ਮੈਨੂੰ ਦੱਸਿਆ ਕਿ ਮੈਂ ਆਪਣੇ ਪੋਤੇ ਨੂੰ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਛੁਡਾਉਣ ਦੀ ਔਰ ਬੇਗੁਨਾਹ ਸਾਬਤ ਕਰਨ ਦੀ, ਲੇਕਿਨ ਮੈਂ ਹਰ ਕੋਸ਼ਿਸ਼ ਵਿੱਚ ਨਾਕਾਮ ਰਿਹਾ ਔਰ ਪੈਸੇ ਵੀ ਬੜੇ ਲਾ ਚੁੱਕਿਆ ਵਾਂ। ਮੈਂ ਆਪਣੇ ਪੋਤੇ ਦੀ ਜ਼ਮਾਨਤ ਵਾਸਤੇ ਸੁਣ ਕੇ ਮੈਨੂੰ ਹਾਸਾ ਵੀ ਆਇਆ ਔਰ ਬਾਅਦ ਵਿੱਚ ਪਰੇਸ਼ਾਨੀ ਵੀ ਹੋਈ ਕਿ ਮਾੜੇ ਬੰਦੇ ਦੇ ਨਾਲ ਲੋਕੀ ਕਿਸ ਤਰ੍ਹਾਂ ਕਰਦੇ ਨੇ। ਉਹਨਾਂ ਕਿਹਾ ਕਿ ਮੈਂ ਆਪਣੇ ਪੋਤੇ ਨੂੰ ਛੁਡਾਉਣ ਵਾਸਤੇ ਜਾਂ ਉਹਦੀ ਜ਼ਮਾਨਤ ਕਰਾਉਣ ਵਾਸਤੇ ਤਕਰੀਬਨ 70-80 ਹਜ਼ਾਰ ਰੁਪਇਆ ਲਗਾ ਚੁੱਕਿਆ, ਲੇਕਿਨ ਮੇਰਾ ਜਿਹੜਾ ਬੱਚਾ ਹੈ ਉਹ ਅਜੇ ਤੱਕ ਮੈਂ ਛੁਡਾ ਨਹੀਂ ਸਕਿਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਤੁਸੀਂ ਤੇ ਆਂਦੇ ਹੋ ਕਿ ਮੈਂ ਜ਼ਮਾਨਤ ਕਰਾ ਲਈ, ਜ਼ਮਾਨਤ ਜਿਹਦੀ ਹੋ ਜਾਏ ਉਹ ਬੱਚਾ ਤੇ ਹਿਰਾਸਤ ਵਿੱਚ ਨਹੀਂ ਹੁੰਦਾ, ਲੇਕਿਨ ਉਹਨਾਂ ਆਖਿਆ ਕਿ ਉਹ ਹਿਰਾਸਤ ਵਿੱਚ ਹੀ ਹੈ। ਦੇਖੋ ਕਿतना ਸਿਤਮ ਹੈ ਕਿ ਇੱਕ ਮਾੜਾ ਬੰਦਾ ਚੀਜ਼ਾਂ ਦਾ ਇਲਮ ਨਹੀਂ ਹੈ, ਕਾਨੂੰਨ ਦਾ ਨਹੀਂ ਪਤਾ, ਉਹਦੇ ਨਾਲ ਲੋਕੀ ਕਿੱਡੀ ਜ਼ਿਆਦਤੀ ਕਰ ਜਾਂਦੇ ਨੇ ਕਿ 70-80 ਹਜ਼ਾਰ ਰੁਪਇਆ ਜ਼ਮਾਨਤ ਦੀ ਸ਼ਕਲ ਵਿੱਚ ਲੈ ਕੇ ਬੰਦੇ ਲੋਕੀ, ਤੇ ਉਹਦਾ ਬੱਚਾ ਜਾਂ ਉਹਦਾ ਜਿਹੜਾ ਪੋਤਾ ਹੈ ਉਹ ਅਜੇ ਵੀ ਹਿਰਾਸਤ ਵਿੱਚ ਹੈ। ਉਹਦੀ ਕੀ ਵਜ੍ਹਾ ਹੋ ਸਕਦੀ ਹੈ ਇਹ ਉਹਨਾਂ ਨੂੰ ਹੀ ਸਹੀ ਪਤਾ, ਕਿਉਂਕਿ ਮੈਂ ਤਾਂ ਇਹ ਸੁਣੀ ਗੱਲ ਤੁਹਾਨੂੰ ਸੁਣਾ ਦਿੱਤੀ ਹੈ। ਔਰ ਸਾਡੇ ਮੁਆਸ਼ਰੇ 'ਚ ਵਾਕਈ ਇਸ ਤਰ੍ਹਾਂ ਹੋ ਰਿਹਾ ਕਿ ਜਿਹੜਾ ਬੰਦਾ ਮਜਬੂਰ ਹੋ ਜਾਂਦਾ ਹੈ, ਇਸ ਤੋਂ ਇਲਾਵਾ ਵੀ ਉਸ ਬੰਦੇ ਨਾਲ ਲੋਕੀ ਇਸ ਤਰ੍ਹਾਂ ਹੀ ਧਰੋਹ ਕਰਦੇ ਨੇ। ਇਸੇ ਤਰ੍ਹਾਂ ਦਾ ਸਾਨੂੰ ਇੱਕ ਮਾਜ਼ੀ ਵਿੱਚ ਵੀ ਤਜਰਬਾ ਹੋ ਚੁੱਕਿਆ ਕਿ ਦੋ ਮਾੜੇ ਘਰਾਂ ਦੀ ਆਪਸ ਵਿੱਚ ਲੜਾਈ ਹੋਈ। ਲੜਾਈ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਹੋਇਆ, ਇੱਕ ਮਾੜੇ ਘਰ ਦੇ ਨਾਲ ਲੋਕਾਂ ਦਾ ਤਾਵਨ ਜ਼ਿਆਦਾ ਹੋ ਗਿਆ ਔਰ ਦੂਸਰੇ ਮਾੜੇ ਘਰ ਦੇ ਨਾਲ ਲੋਕਾਂ ਦਾ ਤਾਵਨ ਜ਼ਰਾ ਘਟ ਗਿਆ। ਉਹ ਮਾਮਲਾ ਕੀ ਹੋਇਆ ਕਿ ਲੜਾਈ ਨੂੰ ਉਹਨਾਂ ਡਕੈਤੀ ਦਾ ਰੰਗ ਦੇ ਦਿੱਤਾ ਔਰ ਜਿਸ ਬੱਚੇ ਦੇ ਉੱਤੇ ਉਹਨਾਂ ਡਕੈਤੀ ਦਾ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਮਾਰਿਆ ਕੁੱਟਿਆ ਵੀ ਬੜਾ। ਲੇਕਿਨ ਉਹ ਬੱਚਾ ਜਦੋਂ ਮਾਰ ਕੁੱਟ ਖਾਣ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਡੈਮੇਜ ਹੋਇਆ, ਜ਼ਖਮੀ ਹੋਇਆ, ਤੇ ਉਹ ਮੈਡੀਕਲ ਕਰਾਉਣ ਵਾਸਤੇ ਹਸਪਤਾਲ ਚਲਾ ਗਿਆ। ਅਗਰ ਉਹ ਡਕੈਤ ਹੁੰਦਾ ਤੇ ਉਹਨੇ ਮੈਡੀਕਲ ਕਰਾਉਣ ਵਾਸਤੇ ਹਸਪਤਾਲ ਨਹੀਂ ਸੀ ਜਾਣਾ, ਲੇਕਿਨ ਉਹ ਚਲਾ ਗਿਆ, ਉਹਦਾ ਮੈਡੀਕਲ ਨਾ ਹੋਇਆ
ਉਹਦੀ ਵਜ੍ਹਾ ਕੀ ਬਣੀ ਕਿ ਦੂਸਰੇ ਲੋਕ ਜ਼ਰਾ ਬਾਅਸਰ ਸਮਝ ਲਓ ਜਾਂ ਥੋੜ੍ਹੀ ਪਹੁੰਚ ਵਾਲੇ ਸਮਝ ਲਓ ਜਾਂ ਜਿਹੜੇ ਕੋਈ ਉਹਨਾਂ ਦੇ ਨਾਲ ਲੋਕ ਗਏ ਉਹਨਾਂ ਨੂੰ ਜ਼ਰਾ ਇਹਨਾਂ ਤਰੀਕਿਆਂ ਦਾ ਪਤਾ ਹੋਏਗਾ, ਉਹਨਾਂ ਜਨਾਬ ਮੈਡੀਕਲ ਕਰਾਉਣ ਵਾਲੀ ਜਗ੍ਹਾ ਤੋਂ ਹੀ ਉਹ ਬੰਦਾ ਜਿਹੜਾ ਨਾ ਕਾਨੂੰਨੀ ਤੌਰ 'ਤੇ ਹਿਰਾਸਤ 'ਚ ਕਰਾ ਦਿੱਤਾ। ਔਰ ਜਦੋਂ ਹਿਰਾਸਤ 'ਚ ਹੋ ਗਿਆ ਤੇ ਕਾਨੂੰਨੀ ਤੌਰ 'ਤੇ ਉਹਨਾਂ ਨੇ ਉਹਨੂੰ ਹਿਰਾਸਤ 'ਚ ਲਿਆ ਸੀ, ਤੇ ਉਸ ਦੌਰਾਨ ਜਿਨ੍ਹਾਂ ਦਾ ਬੱਚਾ ਗ੍ਰਿਫਤਾਰ ਸੀ ਜਾਂ ਹਿਰਾਸਤ 'ਚ ਸੀ, ਉਹਨਾਂ ਦੇ ਨਾਲ ਉਹਨਾਂ ਦੀ ਥੋੜ੍ਹੀ ਡੀਲ ਹੋਣੀ ਸ਼ੁਰੂ ਹੋ ਗਈ। ਡੀਲ ਇਸ ਤਰ੍ਹਾਂ ਦੀ ਹੋਈ ਕਿ ਉਹਨਾਂ ਕੋਲੋਂ ਉਹਨਾਂ ਕਾਫੀ ਜ਼ਿਆਦਾ ਪੈਸੇ ਵੀ ਲੈ ਲਏ, ਅਤੇ ਲੇਕਿਨ ਉਸ ਦੇ ਬਾਵਜੂਦ ਉਹਨਾਂ ਦੇ ਬੱਚੇ ਦੇ ਉੱਤੇ ਉਹਨਾਂ ਕਾਨੂੰਨੀ ਗ੍ਰਿਫਤ ਵੀ ਪੱਕੀ ਕਰ ਲਈ, ਜਿਹਨੂੰ FIR ਅਸੀਂ ਆਉਂਦੇ ਹਾਂ, ਉਹ ਦੇ ਕੇ। ਔਰ FIR ਦੇ ਵਿੱਚ ਉਹਨਾਂ ਦੇ ਬੱਚੇ ਨੂੰ ਉਹਨਾਂ ਡਕੈਤ ਬਣਾ ਦਿੱਤਾ। ਹਾਸਾ ਮੈਨੂੰ ਇਸ ਗੱਲ ਦਾ ਆਇਆ ਕਿ ਜਿਨ੍ਹਾਂ ਦੇ ਘਰ ਡਕੈਤੀ ਹੋਈ ਉਹ ਕੋਈ ਐਵੀਡੈਂਸ ਨਹੀਂ ਦੇ ਸਕੇ, ਲੇਕਿਨ ਜਿਨ੍ਹਾਂ ਨੇ ਉਹਦੇ ਉੱਤੇ ਕਾਨੂੰਨੀ ਤੌਰ 'ਤੇ ਚਾਰਜ ਲਾਣੇ ਸੀ ਉਹਨਾਂ ਕੋਲ ਪੈਸੇ ਵੀ ਲੈ ਲਏ, ਲੇਕਿਨ ਉਹਨਾਂ ਦੇ ਬੱਚੇ ਨੂੰ ਡਕੈਤ ਵੀ ਬਣਾ ਦਿੱਤਾ। ਅਤੇ ਦੋਸਤੋ, ਇਹ ਸਾਡੇ ਮੁਆਸ਼ਰੇ ਦੇ ਵਿੱਚ ਇਹ ਥੋੜ੍ਹੀ ਜਿਹੀ ਗੱਲ ਸੁਣਾਉਣ ਦਾ ਮਕਸਦ ਇਹ ਤਫਸੀਲ ਹੈ ਜਾਵਾਂ ਅਤੇ ਬੜੀ ਲੰਬੀ ਗੱਲ ਇਹ ਸਮਝ ਲਓ ਕਿ ਜ਼ਿਆਦਤੀਆਂ ਹੁੰਦੀਆਂ ਨੇ, ਔਰ ਇਹ ਜ਼ਿਆਦਤੀਆਂ ਹੁੰਦੀਆਂ ਰਹਿਣੀਆਂ ਨੇ, ਕਿਉਂਕਿ ਸਾਡੇ ਮੁਆਸ਼ਰੇ ਦੇ ਵਿੱਚ ਇਹ ਗੱਲਾਂ ਸਾਰੀਆਂ ਸਰਾਇਤ ਕਰ ਚੁੱਕੀਆਂ ਨੇ। ਅਤੇ ਦੋਸਤੋ, ਘੱਟ ਟਾਈਮ ਲਿਆ ਜਾਏ, ਘੱਟ ਟਾਈਮ ਦੇ ਵਿੱਚ ਤੁਹਾਨੂੰ ਮੈਸੇਜ ਦਿੱਤਾ ਜਾਏ। 2 ਵਾਕਿਆ ਸੁਣਾਏ ਨੇ ਅੱਜ ਦੀ ਵੀਡੀਓ ਦੇ ਵਿੱਚ, ਅਤੇ 2 ਵਾਕਈ ਐਸੇ ਨੇ ਕਿ ਜਿਹੜਾ ਸਿਰਫ ਔਰ ਗਰੀਬ ਦੇ ਨੂੰ ਹੀ ਲੁੱਟਿਆ ਜਾ ਰਿਹਾ, ਔਰ ਗਰੀਬ ਦੇ ਨਾਲ ਹੀ ਸਮਝ ਲਓ ਕਿ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਤਰੀਕੇ ਨਾਲ, ਕਿਉਂਕਿ ਗਰੀਬ ਬੰਦਾ ਜਿਹੜਾ ਉਹਨੂੰ ਇਹਨਾਂ ਚੀਜ਼ਾਂ ਦਾ ਕਦੋਂ ਪਤਾ ਹੁੰਦਾ, ਔਰ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਗਰੀਬ ਦਾ ਸਾਥ ਘੱਟ ਦਿੰਦੇ ਨੇ, ਆਪਣੇ ਮਫਾਦਾਤ ਦੀ ਜੰਗ ਜ਼ਿਆਦਾ ਲੜਦੇ ਨੇ। ਦੋਸਤੋ, ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ, ਫਿਰ ਇੱਕ ਨਵੀਂ ਸਟੋਰੀ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਔਰ ਕਮੈਂਟ ਬਾਕਸ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ ਤਾਂ ਕਿ ਸਾਨੂੰ ਤੁਹਾਡੀ ਸੋਹਣੀ ਜੀ ਰਾਏ ਦੇ ਬਾਰੇ 'ਚ ਇਲਮ ਹੋ ਸਕੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਬਾਨ।